ਕਨੈਕਟ FM ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਨਪ੍ਰੀਤ ਰੰਧਾਵਾ। ਕਿਸੇ ਵੀ ਮੁਲਕ ਦੀ ਜਮਹੂਰੀਅਤ, ਉੱਥੋਂ ਦੀ ਡੈਮੋਕ੍ਰੇਸੀ, ਉੱਥੋਂ ਦਾ ਲੋਕਤੰਤਰ ਕਿੰਨਾ ਕੁ ਵੱਧ ਫੁੱਲ ਰਿਹਾ ਜਾਂ ਕਿੰਨਾ ਕੁ ਜੀਵਤ ਆ, ਉਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਕਿ ਉੱਥੋਂ ਦਾ ਜਿਹੜਾ ਮੀਡੀਆ ਉਹ ਕਿੰਨਾ ਕੁ ਆਜ਼ਾਦ ਆ। ਕਿ ਉੱਥੋਂ ਦਾ ਮੀਡੀਆ ਖੁੱਲ੍ਹ ਕੇ ਪੱਤਰਕਾਰਿਤਾ ਕਰ ਸਕਦਾ ਜਾਂ ਫਿਰ ਉੱਥੋਂ ਦੀ ਜਿਹੜੀ ਜੁਡੀਸ਼ਰੀ ਆ ਕਿ ਉਹ ਆਪਣੇ ਖੁੱਲ੍ਹ ਕੇ ਫੈਸਲੇ ਲੈ ਸਕਦੀ ਹੈ, ਚਾਹੇ ਉਹ ਲੋਅਰ ਜੁਡੀਸ਼ਰੀ ਹੈ ਚਾਹੇ ਉਹ ਹਾਇਰ ਜੁਡੀਸ਼ਰੀ ਹੈ। ਉਹਨਾਂ 'ਤੇ ਕਿਸੇ ਤਰ੍ਹਾਂ ਦਾ ਕੋਈ ਪ੍ਰਭਾਵ ਤਾਂ ਨਹੀਂ, ਕਿਸੇ ਪ੍ਰੈਸ਼ਰ ਥੱਲੇ ਆ ਕੇ ਉਹ ਕੋਈ ਫੈਸਲੇ ਤਾਂ ਨਹੀਂ ਲੈ ਰਹੇ। ਇਸੇ ਤਰ੍ਹਾਂ ਉੱਥੋਂ ਦੀ ਬਿਊਰੋਕ੍ਰੇਸੀ, ਅਫਸਰਸ਼ਾਹੀ ਕੀ ਜਿਹੜੀਆਂ ਉਹ ਨੀਤੀਆਂ ਬਣਾਉਂਦੀ ਆ ਉਹ ਲੋਕ ਪੱਖੀ ਬਣਾਉਂਦੀ ਆ, ਲੋਕਾਂ ਦੇ ਹਿੱਤ ਦੇ ਵਿੱਚ ਆਪਣੀਆਂ ਪਾਲਿਸੀਜ਼ ਬਣਾਉਂਦੀ ਆ। ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਹੋ। ਇਸੇ ਤਰ੍ਹਾਂ ਉੱਥੋਂ ਦੇ ਜਿਹੜੇ ਪੋਲੀਟੀਸ਼ੀਅਨਸ ਨੇ ਉਹਨਾਂ ਦਾ ਰਾਬਤਾ ਲੋਕਾਂ ਦੇ ਨਾਲ ਕਿੰਨਾ ਕੁ ਰਹਿੰਦਾ, ਸੰਪਰਕ ਕਿੰਨਾ ਕੁ ਰਹਿੰਦਾ, ਕਿੰਨਾ ਕੁ ਉਹਨਾਂ ਦਾ ਆਪਸ ਦੇ ਵਿੱਚ ਸੰਬੰਧ ਨੇੜੇ ਦਾ ਰਹਿੰਦਾ, ਅਤੇ ਜਾਂ ਉਹ ਵੀ ਲੋਕਾਂ ਤੋਂ ਦੂਰ ਹੋ ਜਾਂਦੇ ਨੇ, ਕਿਸੇ ਹੋਰ ਹੀ ਦੁਨੀਆ ਦੇ ਵਿੱਚ ਰਹਿਣ ਲੱਗ ਜਾਂਦੇ ਨੇ। ਇਸ ਤੋਂ ਵੀ ਵੱਧ ਕੀ ਉੱਥੋਂ ਦੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ, ਆਪੋਜੀਸ਼ਨ ਪਾਰਟੀਜ਼, ਕੀ ਉਹਨਾਂ ਨੂੰ ਪੂਰਾ ਬੋਲਣ ਦਾ ਹੱਕ ਮਿਲਦਾ, ਖਾਸ ਤੌਰ 'ਤੇ ਪਾਰਲੀਮੈਂਟ ਦੇ ਵਿੱਚ ਔਰ ਖਾਸ ਤੌਰ 'ਤੇ ਵਿਧਾਨ ਸਭਾਵਾਂ ਦੇ ਵਿੱਚ ਕੀ ਉਹਨਾਂ ਨੂੰ ਡਿਬੇਟ ਕਰਨ ਦਾ ਪੂਰਾ ਮੌਕਾ ਮਿਲਦਾ ਇਹਨਾਂ ਹਾਊਸਿਸ ਦੇ ਵਿੱਚ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ। ਜੇ ਤੁਸੀਂ ਆਪੋਜੀਸ਼ਨ ਦੀ ਆਵਾਜ਼ ਦਬਾ ਰਹੇ ਹੋ ਤਾਂ ਫਿਰ ਕਿਤੇ ਨਾ ਕਿਤੇ ਲੋਕਤੰਤਰ ਨੂੰ ਵੀ ਦਬਾ ਰਹੇ ਹੋ। ਇਸੇ ਕਰਕੇ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਇੱਕ ਹੋੜ ਲੱਗੀ ਹੋਈ ਹੈ ਕਿ ਅਸੀਂ ਨਾਮ ਬਦਲ ਦਈਏ। ਤੁਸੀਂ ਦੇਖਿਆ ਹੀ ਹੋਣਾ ਕਿ ਕਿਸ ਤਰ੍ਹਾਂ ਉਹ ਕਹਿੰਦੇ ਨਹੀਂ, ਇੰਡੀਆ ਨਾਮ ਨਹੀਂ, ਹੁਣ ਸਾਨੂੰ ਭਾਰਤ ਨਾਮ ਕਰ ਦੇਣਾ ਚਾਹੀਦਾ। ਰਾਸ਼ਟਰਪਤੀ ਦਾ ਜਿਹੜਾ ਇੱਕ ਇਨਵੀਟੇਸ਼ਨ ਗਿਆ ਉਸ ਦੀ ਤਾਂ ਤੁਸੀਂ ਗੱਲ ਸੁਣੀ ਹੋਣੀ ਆ, ਕਿਸ ਤਰ੍ਹਾਂ ਉਹਨਾਂ ਨੇ G20 ਦੇ ਜਿਹੜੇ ਲੀਡਰਸ ਆਉਣੇ ਆ ਉਹਨਾਂ ਨੂੰ ਇੱਕ ਡਿਨਰ 'ਤੇ ਨਿਯੋਤਾ ਦਿੱਤਾ, ਉਹਦੇ ਵਿੱਚ ਲਿਖਿਆ ਰਾਸ਼ਟਰਪਤੀ ਪ੍ਰੈਜ਼ੀਡੈਂਟ ਆਫ ਭਾਰਤ ਕਹਿਤਾ। ਪਰ ਨਾਲ ਦੀ ਨਾਲ ਮੈਨੂੰ ਇਹ ਵੀ ਗੱਲ ਯਾਦ ਆਉਂਦੀ ਕਿ ਨਾਵਾਂ 'ਚ ਰੱਖਿਆ ਕੀ ਆ। ਤੁਸੀਂ ਦੇਖੋ ਵਿਲੀਅਮ ਸ਼ੇਕਸਪੀਅਰ ਦੀ ਉਹ ਇੱਕ ਬਹੁਤ ਮਸ਼ਹੂਰ ਕਹਾਵਤ ਆ, ਉਹ ਤੁਹਾਨੂੰ ਵੀ ਯਾਦ ਹੋਣੀ ਆ, ਜਦੋਂ ਕਹਿੰਦੇ ਵਾਟ ਇਜ਼ ਇਨ ਅ ਨੇਮ, that which we call a rose by any other name would smell just as same। ਕਹਿਣ ਦਾ ਭਾਵ ਆ ਗੁਲਾਬ ਨੂੰ ਕੋਈ ਵੀ ਨਾਮ ਦੇ ਦਿਓ, ਉਹਦੀ ਜਿਹੜੀ ਖੁਸ਼ਬੂ ਆ, ਉਹਦੀ ਜਿਹੜੀ ਮਹਿਕ ਆ, ਉਹ ਤਾਂ ਉਸੇ ਤਰ੍ਹਾਂ ਦੀ ਰਹਿਣੀ ਆ। ਇਸੇ ਕਰਕੇ ਤੁਸੀਂ ਦੇਖੋ ਇਹ ਜਿਹੜੇ ਇਮਾਰਤਾਂ ਦੇ ਨਾਮ ਰੱਖ ਕੇ, ਸੜਕਾਂ ਦੇ ਨਾਮ ਰੱਖ ਕੇ ਜਾਂ ਤੁਸੀਂ ਸ਼ਹਿਰਾਂ ਦੇ ਨਾਮ ਬਦਲ ਕੇ, ਕੀ ਇਹਦੇ ਨਾਲ ਲੋਕਾਂ ਦੇ ਵਿੱਚ ਖੁਸ਼ਹਾਲੀ ਆ ਜਾਊਗੀ? ਕੀ ਇਹਦੇ ਨਾਲ ਮਹਿੰਗਾਈ ਦੂਰ ਹੋ ਜੂਗੀ? ਕੀ ਲੋਕਾਂ ਨੂੰ ਰੋਜ਼ਗਾਰ ਮਿਲ ਜੂਗਾ? ਕੀ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜੂਗੀ? ਅਤੇ ਕੀ ਜਿਹੜੇ ਇੰਡਸਟਰੀਲਿਸਟ ਨੇ, ਜਿਹੜੇ ਸਨਅਤਕਾਰ ਨੇ, ਬਿਜ਼ਨਸ ਕਮਿਊਨਿਟੀ ਆ, ਉਹਨਾਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਖੁਸ਼ਹਾਲੀ ਆਊਗੀ? ਉਹਨਾਂ ਨੂੰ ਵਧੀਆ ਪੋਲਿਸੀਜ਼ ਮਿਲਣਗੀਆਂ? ਇਹ ਜੇ ਸਾਰਾ ਕੁਝ ਨਹੀਂ ਹੁੰਦਾ ਤਾਂ ਤੁਸੀਂ ਜਿੰਨੇ ਮਰਜ਼ੀ ਨਾਮ ਬਦਲ ਲਓ, ਅਸਲ ਦੇ ਵਿੱਚ ਕਈ ਵਾਰੀ ਇਸ ਤਰ੍ਹਾਂ ਲੱਗਦਾ ਕਿ ਅਸਲੀ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਇਸ ਤਰ੍ਹਾਂ ਦੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਨੇ। ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਗੌਤਮ ਅਡਾਨੀ ਦੀ ਦੂਸਰੀ ਰਿਪੋਰਟ ਆਈ ਆ, ਬਹੁਤ ਸੰਗੀਨ ਦੋਸ਼ ਲੱਗੇ ਨੇ ਪੂਰੇ ਗੌਤਮ ਅਡਾਨੀ ਦੇ ਪਰਿਵਾਰ 'ਤੇ, ਉਹਨਾਂ ਦੇ ਭਰਾ ਵਿਨੋਦ ਅਡਾਨੀ 'ਤੇ, ਪਰ ਇੱਕੋ ਦਮ ਕਿਸੇ ਹੋਰ ਪਾਸੇ ਨੂੰ ਇਹਨਾਂ ਮੁੱਦਿਆਂ ਨੂੰ ਇੱਕੋ ਦਮ ਛੇੜ ਲਿਆ ਗਿਆ, ਉਹਨਾਂ 'ਤੇ ਚਰਚਾ ਸ਼ੁਰੂ ਕਰਤੀ ਔਰ ਨਾਲ ਦੀ ਨਾਲ ਇੱਕ ਨਵਾਂ ਸੈਸ਼ਨ ਬੁਲਾ ਲਿਆ ਗਿਆ ਜਿਹੜਾ ਕਿ 18 ਸਤੰਬਰ ਤੋਂ 22 ਸਤੰਬਰ ਤੱਕ ਆ। ਹਜੇ ਤੱਕ ਉਹਦਾ ਏਜੰਡਾ ਨਹੀਂ ਦੱਸਿਆ। ਇਸੇ ਤਰ੍ਹਾਂ ਮਨੀਪੁਰ ਦੀ ਹਿੰਸਾ ਅੱਜ ਵੀ ਉਸੇ ਤਰ੍ਹਾਂ ਜਾਰੀ ਹੈ, ਇਹਨਾਂ ਤੋਂ ਵੀ ਇੱਕੋ ਦਮ ਧਿਆਨ ਭਟਕਾ ਲਿਆ ਗਿਆ। ਔਰ ਤੁਹਾਨੂੰ ਇਹ ਵੀ ਯਾਦ ਹੋਣਾ ਜਿਹੜਾ ਪਿਛਲਾ ਮੌਨਸੂਨ ਦਾ ਸੈਸ਼ਨ ਸੀ ਉਹ ਤਾਂ ਸਾਰੇ ਦਾ ਸਾਰਾ ਇਸੇ ਦੇ ਵਿੱਚ ਖੱਪ ਗਿਆ, ਕਿਉਂਕਿ ਆਪੋਜੀਸ਼ਨ ਪਾਰਟੀਜ਼ ਕਹਿੰਦੀਆਂ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਕੇ ਪਾਰਲੀਮੈਂਟ ਦੇ ਵਿੱਚ ਬਿਆਨ ਦੇਣ, ਪਰ ਉਹ ਬਿਆਨ ਦੇ ਨਹੀਂ ਸੀ ਰਹੇ। ਅੱਜ ਮੈਂ ਤੁਹਾਨੂੰ ਦੱਸੂਗਾ ਕਿ ਮਨੀਪੁਰ ਦੀ ਹਿੰਸਾ ਅੱਜ 5ਵੇਂ ਮਹੀਨੇ ਦੇ ਵਿੱਚ ਦਾਖਲ ਹੋ ਗਈ ਆ। ਇਸ ਗੱਲ ਤੋਂ ਤੁਸੀਂ ਅੰਦਾਜ਼ਾ ਲਾਓ, ਜਦੋਂ ਅਸੀਂ ਲੋਕਤੰਤਰ ਦੀਆਂ ਗੱਲਾਂ ਕਰਦੇ ਹਾਂ, ਅਸੀਂ ਚੁਣੀਆਂ ਹੋਈਆਂ ਸਰਕਾਰਾਂ ਦੀਆਂ ਗੱਲਾਂ ਕਰਦੇ ਹਾਂ ਔਰ ਇਹ ਕਹਿੰਦੇ ਹਾਂ ਕਿ ਦੇਖੋ ਜੀ ਕੇਂਦਰ ਦੇ ਵਿੱਚ ਵੀ ਉਹੀ ਸਰਕਾਰ ਆ, ਸੂਬੇ ਦੇ ਵਿੱਚ ਵੀ ਉਹੀ ਸਰਕਾਰ ਆ, ਅਤੇ ਦੇਖੋ ਕਿੰਨੀਆਂ ਤਾਕਤਵਰ ਹੋ ਗਈਆਂ ਨੇ, ਇਸ ਕਰਕੇ ਇਹ ਕਿਸੇ ਵੀ ਸਮੱਸਿਆ ਦਾ ਹੱਲ ਕਰ ਸਕਦੀਆਂ ਨੇ। ਪਰ ਮਨੀਪੁਰ ਦੇ ਕੇਸ ਦੇ ਵਿੱਚ ਤਾਂ ਇਸ ਤਰ੍ਹਾਂ ਹੋਇਆ ਨਹੀਂ। 5ਵੇਂ ਮਹੀਨੇ ਦੇ ਵਿੱਚ ਇਹ ਹਿੰਸਾ ਦਾਖਲ ਹੋ ਜਾਂਦੀ ਆ ਅਤੇ ਤੁਸੀਂ ਇਸ ਤੋਂ ਅੰਦਾਜ਼ਾ ਲਾਓ ਕਿ ਉੱਥੋਂ ਦੇ ਲੋਕਾਂ ਦਾ ਕੀ ਹਾਲ ਹੋਊਗਾ। ਹੁਣ ਜਿਸ ਗੱਲ ਦੀ ਚਿੰਤਾ ਆਪਾਂ ਪਹਿਲਾਂ ਕਰਦੇ ਸੀ, ਡਾਕਟਰਸ ਨੇ, ਮੈਡੀਕਲ ਐਕਸਪਰਟਸ ਨੇ ਉੱਥੋਂ ਦਾ ਦੌਰਾ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਜੇ ਉੱਥੋਂ ਦੇ ਹਾਲਾਤ ਨਹੀਂ ਸੁਧਰੇ, ਜੇ ਕੋਈ ਤੁਰੰਤ ਪ੍ਰਭਾਵ ਦੇ ਨਾਲ ਉੱਥੇ ਕੋਈ ਕਦਮ ਨਾ ਚੁੱਕੇ, ਤੇ ਉੱਥੇ ਜਿਹੜੇ ਰਿਲੀਫ ਕੈਂਪਸ ਨੇ,
ਜਿਹੜੇ ਰਾਹਤ ਕੈਂਪਸ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਮਹਾਮਾਰੀ ਫੈਲ ਸਕਦੀ ਆ, ਕਈ ਤਰ੍ਹਾਂ ਦੀਆਂ ਐਪੀਡੈਮਿਕਸ ਫੈਲ ਸਕਦੀਆਂ ਨੇ, ਇਹ ਉਹਨਾਂ ਨੇ ਗੱਲ ਕਹੀ ਆ। ਹੋਰ ਉਹਨਾਂ ਨੇ ਆਪਣੇ ਤਰਕ ਕੀ ਦਿੱਤੇ ਆ, ਇਹਨਾਂ ਡਾਕਟਰਸ ਨੇ ਇਹ ਕਿਹਾ ਕਿ ਜਿਹੜਾ ਬੱਚਿਆਂ ਦਾ ਟੀਕਾਕਰਨ ਸੀ, ਜਿਹਨੂੰ ਅਸੀਂ ਇਮਿਊਨਾਈਜੇਸ਼ਨ ਕਹਿੰਦੇ ਆ, ਉਹ ਬਿਲਕੁਲ ਇਹਨਾਂ ਕੈਂਪਸ ਦੇ ਵਿੱਚ ਤੇ ਹੋਰ ਵੀ ਥਾਵਾਂ ਤੇ ਪੂਰੀ ਸਟੇਟ ਦੇ ਵਿੱਚ ਲਗਭਗ ਰੁਕ ਗਿਆ। ਇਸੇ ਤਰ੍ਹਾਂ ਜਿਹੜੀਆਂ ਸਰਜਰੀ ਸੀ, ਜਿਨ੍ਹਾਂ ਦੇ ਆਪਰੇਸ਼ਨਸ ਹੋਣੇ ਸੀ, ਉਹ ਬੰਦ ਹੋ ਗਈਆਂ। ਇਸੇ ਤਰ੍ਹਾਂ ਡਾਇਲਿਸਿਸ ਹੋਣੇ ਸੀ, ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਕਿਡਨੀਜ਼ ਦੀ ਤਕਲੀਫ ਆ, ਉਹ ਇੱਕਦਮ ਰੁਕੇ ਪਏ ਨੇ। ਤੁਸੀਂ ਆਪ ਦੇਖੋ ਕਿ ਉਹ ਕਿਸ ਤਰ੍ਹਾਂ ਰਹਿ ਰਹੇ ਹੋਣਗੇ। ਜਿਹੜੇ ਪੇਸ਼ੈਂਟਸ ਨੂੰ, ਜਿਨ੍ਹਾਂ ਮਰੀਜ਼ਾਂ ਨੂੰ ਰੈਫਰ ਕਰਨਾ ਸੀ ਸਪੈਸ਼ਲਿਸਟ ਕੋਲੇ ਜਾਂ ਉਹਨਾਂ ਸੀਨੀਅਰ ਡਾਕਟਰਸ ਕੋਲੇ, ਉਹ ਵੀ ਕੰਮ ਬਿਲਕੁਲ ਰੁਕ ਗਏ ਨੇ। ਤੇ ਇਸੇ ਤਰ੍ਹਾਂ ਤੁਸੀਂ ਅੱਗੇ ਦੇਖੋ, ਜਿਹੜੀਆਂ ਮੈਡੀਸਿਨਸ ਨੇ, ਦਵਾਈਆਂ ਨੇ, ਉਹਨਾਂ ਦੀ ਬਹੁਤ ਘਾਟ ਚੱਲ ਰਹੀ ਹੈ। ਕਿ ਕੇਂਦਰ ਸਰਕਾਰ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਵੇ ਤੇ ਕੀ ਉੱਥੇ ਦਵਾਈਆਂ ਨਹੀਂ ਭੇਜ ਸਕਦੀ? ਇਸੇ ਤਰ੍ਹਾਂ ਤੁਸੀਂ ਅੱਗੇ ਜੇ ਦੇਖੋ, ਡਾਕਟਰਸ ਦੀ ਜਿਹੜੀ ਮੂਵਮੈਂਟ ਆ, ਜਿਹੜਾ ਡਾਕਟਰਸ ਨੇ ਇੱਕ ਥਾਂ ਤੋਂ ਦੂਸਰੇ ਥਾਂ ਤੇ ਜਾਣਾ, ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਨੇ, ਉਹ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਚੰਗੀ ਤਰ੍ਹਾਂ ਜਾਂ ਸੌਖੀ ਢੰਗ ਨਾਲ ਜਾ ਨਹੀਂ ਸਕਦੇ। ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ। ਸੋ ਸਾਰੀ ਦੀ ਸਾਰੀ ਜਿਹੜੀ ਉੱਥੋਂ ਦੀ ਹੈਲਥ ਵਿਵਸਥਾ, ਜਿਹਨੂੰ ਅਸੀਂ ਸਿਹਤ ਵਿਵਸਥਾ ਕਹਿੰਦੇ ਆ, ਉਹ ਬਿਲਕੁਲ ਚਰਮਰਾ ਗਈ ਆ। ਬਲਕਿ ਉੱਥੋਂ ਦੇ ਇੱਕ ਸਾਬਕਾ ਹੈਲਥ ਮਿਨਿਸਟਰ ਨੇ, ਜਿਨ੍ਹਾਂ ਦਾ ਨਾਮ ਹੈ ਡਾਕਟਰ ਐਮ ਨਾਰਾ ਸਿੰਘ, ਉਹਨਾਂ ਨੇ ਇਹ ਗੱਲ ਔਨ ਰੈਕਡ ਕਹੀ ਆ ਕਿ ਜੇ ਕਿਸੇ ਤਰ੍ਹਾਂ ਤੁਰੰਤ ਪ੍ਰਭਾਵ ਨਾਲ ਕੋਈ ਤੁਸੀਂ ਕਦਮ ਨਾ ਚੁੱਕੇ ਜਾਂ ਕੋਈ ਸਟੈਪਸ ਨਾ ਲਏ ਤਾਂ ਇੱਥੇ ਡੇਂਗੀ, ਜਿਹਨੂੰ ਆਪਾਂ ਡੇਂਗੂ ਕਹਿੰਦੇ ਆ, ਡੇਂਗੀ ਫੈਲ ਸਕਦਾ। ਇਸੇ ਤਰ੍ਹਾਂ ਜੈਪਨੀਜ਼ ਐਨਸੈਫਲਾਈਟਿਸ, ਇਹ ਜਿਹੜਾ ਦਿਮਾਗੀ ਬਿਮਾਰ ਹੁੰਦਾ, ਜਿਹਨੂੰ ਆਪਾਂ ਕਹਿੰਦੇ ਆ ਕਿ ਦਿਮਾਗ ਦੇ ਵਿੱਚ ਸੋਜ ਆ ਗਈ, ਇਨਫਲੇਮੇਸ਼ਨ ਆ ਗਈ, ਉਸ ਚੀਜ਼ਾਂ ਨੂੰ ਵੀ ਲੈ ਕੇ ਇੱਥੋਂ ਦੇ ਡਾਕਟਰਸ ਜਿਹੜੇ ਨੇ ਉਹ ਬਹੁਤ ਚਿੰਤਾ ਕਰ ਰਹੇ ਨੇ। ਬਲਕਿ ਪਿਛਲੇ ਦਿਨਾਂ ਦੇ ਵਿੱਚ 1 ਸਤੰਬਰ ਤੇ 2 ਸਤੰਬਰ ਨੂੰ ਇੰਡੀਅਨ ਡਾਕਟਰਸ ਫਾਰ ਪੀਸ ਐਂਡ ਡਿਵੈਲਪਮੈਂਟ, ਜਿਹਨੂੰ ਅਸੀਂ IDPD ਕਹਿ ਦਿੰਦੇ ਆ, ਇਹਨਾਂ ਨੇ ਉੱਥੇ ਦੌਰਾ ਵੀ ਕੀਤਾ ਸੀ। ਔਰ ਇਸ ਦੌਰੇ ਦੌਰਾਨ ਹੀ ਇਹ ਸਾਰੀਆਂ ਗੱਲਾਂ ਸਾਹਮਣੇ ਆਈਆਂ ਕਿ ਲਗਭਗ 60,000 ਤੋਂ ਵੀ ਵੱਧ ਲੋਕ, ਉਹਨਾਂ ਦੀ ਇਹ ਮਜਬੂਰੀ ਆ ਕਿ ਉਹਨਾਂ ਨੂੰ ਇਹਨਾਂ ਕੈਂਪਸ ਦੇ ਵਿੱਚ, ਇਹਨਾਂ ਰਾਹਤ ਕੈਂਪਾਂ ਦੇ ਵਿੱਚ ਰਹਿਣਾ ਪੈ ਰਿਹਾ। ਇਸੇ ਦਾ ਤੁਸੀਂ ਦੇਖੋ, ਇਹਨਾਂ ਡਾਕਟਰਸ ਨੇ ਇਹ ਵੀ ਦੱਸਿਆ ਕਿ ਆਲਰੇਡੀ ਉੱਥੇ ਮਲੇਰੀਆ ਦੇ ਜਿਹੜੇ ਕੇਸਿਸ ਨੇ ਉਹ ਵਧਣ ਲੱਗ ਗਏ ਨੇ। ਪੀਣ ਦਾ ਪਾਣੀ, ਜਿਹਨੂੰ ਅਸੀਂ ਪੋਰਟੇਬਲ ਵਾਟਰ ਕਹਿੰਦੇ ਆ, ਪੀਣ ਵਾਲੇ ਪਾਣੀ ਦੀ ਬਹੁਤ ਵੱਡੀ ਕਿੱਲਤ ਆਈ ਹੋਈ ਆ। ਇਸੇ ਤਰ੍ਹਾਂ ਜਿਹੜਾ ਭੋਜਨ ਉੱਥੇ ਮਿਲਣਾ ਸੀ, ਉਸ ਦੀ ਵੀ ਕਮੀ ਆਈ ਹੋਈ ਆ। ਵੈਸੇ ਉਹਨਾਂ ਨੇ ਇੱਕ ਸਾਨੂੰ ਉਦਾਹਰਨ ਦਿੱਤੀ ਆ, ਕਹਿੰਦੇ ਜਿਹੜੀ ਮਾਈਤੀ ਕਮਿਊਨਿਟੀ ਆ, ਭਾਈਚਾਰਾ ਜਿਹੜਾ ਉੱਥੋਂ ਦਾ ਡੋਮੀਨੈਂਟ ਕਮਿਊਨਿਟੀ ਆ, ਹਿੰਦੂ ਭਾਈਚਾਰਾ ਜ਼ਿਆਦਾ ਵੱਡਾ, ਉੱਥੋਂ ਦੇ ਜਿਹੜੇ ਲੋਕ ਨੇ ਇਹਨਾਂ ਕੈਂਪਸ ਦੇ ਵਿੱਚ ਰਹਿ ਰਹੇ ਨੇ ਜਾਂ ਉਹਨਾਂ ਦੇ ਬੱਚੇ ਨੇ, ਉਹਨਾਂ ਨੂੰ ਹਫ਼ਤੇ ਦੇ ਵਿੱਚ ਇੱਕ ਵਾਰੀ ਆਂਡਾ ਮਿਲਦਾ। ਤੇ ਜਿਹੜੀ ਕੁਕੀ ਕਮਿਊਨਿਟੀ ਆ, ਜਿਹੜੀ ਕ੍ਰਿਸਚਨ ਭਾਈਚਾਰਾ ਜਾਂ ਮਿਨੋਰਿਟੀ ਦੇ ਵਿੱਚ ਆ, ਉਹਨਾਂ ਨੂੰ 15 ਦਿਨਾਂ ਦੇ ਵਿੱਚ ਮਿਲਦਾ। ਇਹ ਵੀ ਗੱਲ ਉਹਨਾਂ ਨੇ ਦੱਸੀ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਹਾਲਾਤ ਕਿੰਨੇ ਕੁ ਬੱਤਰ ਨੇ। ਵਿਟਾਮਿਨ ਏ ਦੀ ਕਹਿੰਦੇ ਇੰਨੀ ਕੁ ਸ਼ਾਰਟੇਜ ਆ ਬੱਚਿਆਂ ਦੇ ਵਿੱਚ ਕਿ ਇਹਦੇ ਨਾਲ ਸਿੱਧਾ ਅੱਖਾਂ ਤੇ ਪ੍ਰਭਾਵ ਪੈ ਸਕਦਾ। ਇਹ ਵੀ ਉਹਨਾਂ ਨੇ ਗੱਲ ਕਹੀ ਆ। ਮੀਜ਼ਲਸ, ਡਾਇਰੀਆ, ਇਸ ਤਰ੍ਹਾਂ ਦੀਆਂ ਬਿਮਾਰੀਆਂ ਵੀ ਹੋ ਸਕਦੀਆਂ ਨੇ। ਸੋ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ। ਵੈਸੇ ਨੈਸ਼ਨਲ ਫੈਮਿਲੀ ਹੈਲਥ ਸਰਵੇ ਨੇ ਆਲਰੇਡੀ ਕਿਹਾ ਹੋਇਆ ਕਿ ਮਨੀਪੁਰ ਦੇ ਵਿੱਚ ਬੱਚਿਆਂ ਦਾ ਜਿਹੜਾ ਕੁਪੋਸ਼ਣ ਆ, ਮਾਲ ਨਿਊਟ੍ਰੀਸ਼ਨ ਆ, ਜਾਂ ਉਹਨਾਂ ਦੇ ਵਿੱਚ ਅਨੀਮੀਆ, ਖੂਨ ਦੀ ਕਮੀ ਆ, ਉਹ ਲਗਭਗ 43% ਆ। ਔਰ ਇਹ ਸਾਰਾ ਕੁਝ ਸਨ 2019 ਤੋਂ ਲੈ ਕੇ 21 ਦੇ ਦਰਮਿਆਨ ਹੋਇਆ। ਸੋ ਕੀ ਇਹਨਾਂ ਸਾਰਿਆਂ ਦਾ ਫਰਜ਼ ਨਹੀਂ ਬਣਦਾ, ਇਹ ਸਰਕਾਰਾਂ ਦਾ, ਕਿ ਇਹ ਉਹਨਾਂ ਲੋਕਾਂ ਨੂੰ ਸਹੀ ਰਾਹਤ ਪਹੁੰਚਾਉਣ? ਤੇ ਫਿਰ ਕਿਸ ਚੀਜ਼ ਦੀ ਡੈਮੋਕ੍ਰੇਸੀ, ਕਿਸ ਚੀਜ਼ ਦੀ ਇਹ ਲੋਕਤੰਤਰ ਜਾਂ ਜਮਹੂਰੀਅਤ ਅਸੀਂ ਕਹਿ ਸਕਦੇ ਹਾਂ? ਅੱਗੇ ਆਉਂਦੇ ਆ, ਯੂਨਾਈਟਿਡ ਨੇਸ਼ਨਸ ਦੀ ਇੱਕ ਰਿਪੋਰਟ ਆਈ ਆ। ਹੁਣ UN ਤੁਹਾਨੂੰ ਪਤਾ ਹੀ ਆ, ਇੰਟਰਨੈਸ਼ਨਲ ਬਾਡੀ ਆ, ਉਹਦੇ ਲਗਭਗ ਸਾਰੇ ਜਿਹੜੇ ਮੁਲਕ ਨੇ ਉਹ ਉਹਦੇ ਮੈਂਬਰਸ ਨੇ। ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਨੇ ਉਹਨਾਂ ਦੇ ਐਕਸਪਰਟਸ ਦੀ 18 ਵਿਅਕਤੀਆਂ ਦੀ, 18 ਵਿਅਕਤੀ ਸੀ ਜਿਹੜੇ ਉਹ ਇਸ ਕਾਉਂਸਲ ਦੇ, ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਕਾਉਂਸਲ ਹੈ ਜਿਹੜੀ, ਉਹਨਾਂ ਨੇ ਉੱਥੇ ਜਾ ਕੇ ਦੌਰਾ ਕੀਤਾ। ਔਰ ਇਹਨਾਂ ਨੇ ਵੀ ਇੱਕ ਆਪਣੀ ਫੈਕਟ ਫਾਈਂਡਿੰਗ ਰਿਪੋਰਟ ਦਿੱਤੀ। ਔਰ ਇਹਨਾਂ ਨੇ ਕਿਹਾ ਕਿ ਜਦੋਂ ਅਸੀਂ ਇਹ ਡਾਕੂਮੈਂਟ ਕਰ ਰਹੇ ਸੀ, ਉੱਥੇ ਜਾ ਕੇ ਲੋਕਾਂ ਨਾਲ ਗੱਲ ਕਰ ਰਹੇ ਸੀ, ਤੇ ਸਾਨੂੰ ਬਾਰ-ਬਾਰ ਤੰਗ ਕੀਤਾ ਜਾ ਰਿਹਾ ਸੀ, ਹਰਾਸ ਕੀਤਾ ਜਾ ਰਿਹਾ ਸੀ, ਉੱਥੋਂ ਦੀ ਸਟੇਟ ਮਸ਼ੀਨਰੀ ਵੱਲੋਂ, ਉੱਥੋਂ ਦੀ ਲੋਕਲ ਪੁਲਿਸ ਵੱਲੋਂ, ਇੱਥੋਂ ਤੱਕ ਵੀ ਕਿਹਾ। ਔਰ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਮਨੁੱਖੀ ਅਧਿਕਾਰਾਂ ਦਾ ਉੱਥੇ ਖੁੱਲ੍ਹ ਕੇ ਘਾਣ ਹੋ ਰਿਹਾ।
अणदेखी हो रही है, अणगहली हो रही है। सो तुसी आप अंदाज़ा लाओ कि हालात उत्थे किन्ने क माड़े हो चुके ने। इसे करके जिहड़ी जमहूरीयत फिर वही गल करांगे कि इस तरह पैदा करदे हो या इस तरह उस नूं बहाल करदे हो, रिस्टोर करदे हो। हुण तुसी देखो इसे यूएन ह्यूमन राइट्स काउंसल ने एक गल होर कही आ, कहंदे उत्थे सैक्सुअल वायलेंस हो रही है। इसे तरह उत्थे एक्सट्रा जुडिशियल किलिंग्स, लोगों के खून, लोगों के एक तरह के कतल हो रहे हैं। ये कौन कर रहे हैं? आपस दे विच मिल के। और इसे तरह तुसी देखो उत्थे फोर्स्ड डिसप्लेसमेंट्स, लोगों को घरों तो बाहर कढ़िया जा रहा या फिर उन्होंने टॉर्चर किया जा रहा, उन्होंने नाल माड़ा बिहेव किया जा रहा, तो लोगों के घर डैमेज तक किए जा रहे हैं। ये सारिया गल्लां जदों आउंदियां ने तो फिर ये जिहड़ी 4 मई की तो एक वीडियो आई सी, तुसी याद करो, जिहड़ी बाद दे विच 18 मई नूं FIR रजिस्टर हुई और जिसने पूरी दुनिया दे विच एक तरह की तड़थली मचाती सी कि ये वीडियो है की है। उस तो बाद इन्हां ने एक होर रिपोर्ट दी है, कहंदे जी उत्थे गैंग रेप्स भी हो रहे हैं, औरतों को निर्वस्त्र किया जा रहा। इसे तरह उत्थों दी जिहड़ियां कुड़ियां ने, मुंडे ने, खास तौर पर कुड़ियां नूं निशाना बना के उन्होंने कुटिया मारिया जा रहा। ये सारा कुछ उत्थे आ रहा। धार्मिक आस्था के नाँ से एक दूसरे के नाल हिंसा हो रही है, एथनिक वायलेंस हो रही है, नस्ली आधार पर वायलेंस हो रही है। तो जदों उत्थे एक वकीलों की टीम गई, उन्होंने भी एक टीम गई सी, उन्होंने भी इस तरह की हरासमेंट का, इस तरह की मुश्किलों का सामना करना पिया कि तुसी इत्थे आए क्यों, की तो पुछ के आए हो, किस तरह की रिपोर्ट तैयार करोगे। चलो अगे चलते हैं, इत्थों तुहानूं पता लगू कि हालात की है, क्योंकि सरकार बार बार दावे कर रही है कि मणिपुर के तो हालात बिल्कुल ठीक है। जुलाई के महीने दे विच नैशनल फैडरेशन ऑफ इंडियन विमेन, इन्हां दा एक डेलीगेशन जांदा और एनी राजा, निशा सिद्धू ते इस तरह दीक्षा द्विवेदी, इन्हां ते केस रजिस्टर कर दिता जांदा कि तुसी आके इत्थे आए क्यों। वैसे भारत सरकार ने अपना रिएक्शन भी दिता, जी UN रिपोर्ट की मैं तुहानूं पहलां गल कर रहा सी, कहंदे इहदी लोड़ की सी, अनवारंटिड सी, कहंदे इहदी जरूरत ही नहीं सी। इस तरह कहंदे इन्हां दी रिपोर्ट मिसलीडिंग आ, लोकां नूं गुमराह कर रही आ, असली चीज़ तो उत्थे है ही नहीं। तो ये भारत सरकार का रवैया। इस तो बाद कल्ले जे तुसी ये समझो कि वकीलों नूं टारगेट किया गया, औरतों नूं टारगेट किया गया या UN की टीम नूं टारगेट किया, तो शायद तुसी किसी मुगालते च होवोगे। क्योंकि इस तो बाद एक होर टीम जाती है और इस बारी जाती है पत्रकारों की टीम, एडिटर्स गिल्ड ऑफ इंडिया। ये तुहानूं पता ही है कि बड़े सीनियर पत्रकार होंदे ने, संपादक लैवल के ये पत्रकार होंदे ने। उन्हां दी टीम जाके उत्थों की तहकीकात तफ्तीश करती है, फैक्ट जिहड़े उत्थे इकट्ठे करती है कि उत्थे एक्चुअली हो की रहा। और 2 सितंबर नूं एक उत्थे अपनी रिपोर्ट दायर कर देंदे ने कि उत्थों के जिहड़े हालात ने वो बिल्कुल भी नॉर्मल नहीं आ और उन्होंने सिखावां बनाउण लई भारत सरकार या उत्थों की जिहड़ी मणिपुर की सरकार आ उन्होंने कोशिशां करनियां चाहीदियां ने। जिस तरह ये रिपोर्ट जमा कराउंदे ने तो 4 सितंबर नूं इन्हां पत्रकारां ते केस दर्ज हो जाता। हुण केस किन्हां ते दर्ज हुंदा? एक है सीमा गुहा, इस तरह सीमा मुस्तफा इस एडिटर्स गिल्ड ऑफ इंडिया दे ये प्रेजिडेंट आ। इस तरह संजय कपूर ये सैकटरी आ, इन्हां ते भी केस दर्ज हो जाता। तो भारत भूषण बड़े सीनियर जर्नलिस्ट ने, संपादक भी रहे ने, इन्हां ते भी केस दर्ज हो जाता। हुण तुसी देखो कि एडिटर्स गिल्ड आके अपनी रिपोर्ट दिंदा ते इन्हां ते केस दर्ज कर दो। एक तुहानूं मैं होर गल दसदा, यानी कि मणिपुर की पुलिस इन्नी कि काली सी कि इन्हां नूं किसी ना किसी केस दे विच रगड़ दिता जाए। इन्हां पत्रकारां नूं इन्हां ने IT एक्ट, इंफॉर्मेशन एंड टैक्नोलॉजी एक्ट का एक सैक्शन आ 66A, वो इन्हां ते लाता। और ये वो सैक्शन आ जिहड़ा सुप्रीम कोर्ट ने 8 साल पहला इस नूं खारिज कर दिता गया, इनू अवैध करार देता। ये कहता कि ये बिल्कुल गैर कानूनी है। बल्कि उदय उमेश ललित जिहड़े भारत के साबका चीफ जस्टिस रहे ने, जदों DY चंद्रचूड़ आए सी, इस तो पहला वो सी उदय उमेश ललित, वो भारत के चीफ जस्टिस सी।
ਉਹਨਾਂ ਨੇ ਇੱਕ ਸਰਕੂਲਰ ਜਾਰੀ ਕੀਤਾ ਸੀ तमाम जिन्ने भारत के चीफ सैक्रटरीज ने या इस तरह जिन्ने डीजीज ने डायरैक्टर जनरल ऑफ पुलिस ने उन्होंने ये गल कही सी कि इस एक्ट की या इस धारा की दुरवरतों ना की जाए तो जे किसी ते ऑलरेडी ये धारा लाई आ तो उसनूं तुरंत प्रभाव के नाल खारिज कर दिता जाए। और तुसी देखो मणिपुर की पुलिस ने इन्हां पत्रकारां ते ऑलरेडी इस धारा के अधीन केस दर्ज करता। वो तो बाद दे विच उन्हां नूं किसी ने दस्सिया कहंदे तुसीं तां गलत धारा लाती, तो खारिज हो चुकी है। फिर तुरंत इंडियन पीनल कोड दीयां होर धारावां ला के बुक किया गया। ये हालात आ मणिपुर पुलिस दे। और अज ये सारे दे सारे पत्रकार इन्हां ने सुप्रीम कोर्ट का दरवाज़ा खड़काया कि किते ये ना होवे मणिपुर की सरकार उन्हां नूं तंग करना शुरू कर दे, उतों की पुलिस उन्होंने इंफाल उतों की राजधानी बुलाना शुरू कर दे कि आओ तुहाडे खिलाफ केस आ, तुसीं पेश हो। इस तरह के हालात बन चुके हैं। चलो ये तो हो गई पत्रकारों की गल। इत्थों तक कि जिहड़ियां सिक्योरिटी फोर्सिस आ उन्होंने भी उत्थे बख्शिया नहीं जा रहा। मैं गल कर रहा असम राइफल्स की। असाम राइफल कह दिंदे आ सब तो वध पुरानी पैरामिलिटरी फोर्स आ साडी। ये भारत की 1835 दे विच बनी सी। और तुसीं देखो कि ये जिहड़े 80% जिहड़े ये अफसर ने वो आर्मी तो आउंदे ने, वो कोई इत्थों नहीं आउंदे, वो आर्मी तो आउंदे ने। और इस वक्त इन्हां दे जिहड़े डायरैक्टर जनरल ने वो भी लैफ्टिनेंट जनरल PC नायर, वो इन्हां दे डायरैक्टर जनरल ने। उन्होंने 2 दिन पहला एक अपना बयान दिता। वो कहंदे जो कुछ मणिपुर दे विच हो रहा मैं अपनी जिंदगी भर दे विच नहीं देखा। तुहानूं पता कि ईवन उत्थों की जिहड़ी लोकल पुलिस सी उन्होंने इस असम राइफल नूं भी नहीं बख्शिया। 9 अगस्त नूं असम राइफल की 9वीं बटालीयन 9th बटालीयन के खिलाफ उत्थों की पुलिस ने केस दर्ज करता। कहंदे ये भी सानूं साडी ड्यूटी करन तो रोक रहे सी। ते असम राइफल बहुत इस गल ते हैरान हुई कि साडे नाल ये व्यवहार कर रहे हो, साडे नाल आ वतीरा कर रहे हो। हुण तुसीं देखो जिहड़ी मणिपुर पुलिस के हालात देखो, तुहानूं याद करो फिर तो दोबारा जदों 4 मई नूं वो वीडियो 4 मई की वो वीडियो बाहर तक खैर लेट आउंदी आ जदों सुप्रीम कोर्ट इहदा नोटिस लैंदा। उस वीडियो दे विच जिहड़ियां कुड़ियां हुंदियां ने जिन्हां दे कपड़े लाए गए सी, उस तो बाद उन्हां नूं घुमाया गया सी, उन्हां दे नाल वायलेंस हुई, उन्हां दे नाल गैंग रेप होया। उन्हां ने दस्सिया कि सानूं मणिपुर दी पुलिस नहीं लोकां दे हवाले जिहड़ा हजूम इकट्ठा हो गया सी, जिहड़ा मॉब इकट्ठा हो गया सी, इन्हां ने सानूं पुलिस नहीं उन्हां दे हवाले कीता। ते यही पुलिस असम राइफल के खिलाफ FIR दर्ज कर रही है। 160 मौतां हो गई ने। 2000 के करीब जिहड़े पिंड आ वो उन्होंने अग ला दी गई है, उन्होंने साड़ दिता गया। 360 के करीब जिहड़ियां चर्चिज ने गिरजाघर ने उन्होंने साड़ दिता गया या डैमेज कर दिता गया। तो हजे भी जे हालात काबू नहीं आते तो उत्तों BJP वाले पता की कह रहे हैं, मणिपुर के BJP वाले कह रहे हैं कि असम राइफल नूं इत्थों बुला लो, इत्थों वापस भेजो क्योंकि ये हालात खराब कर रहे हैं। और उत्थों की जिहड़ी पुलिस आ ताकि उन्होंने खुल मिल जाए, जिस तरह करना चाहे वो करे। इसे करके तुहानूं कह रहा सी कि 5वें महीने दे विच ये हिंसा दाखिल हो गई है तो हजे तक इन्हां तो किसी तरह का कोई इलाज लभ्या नहीं जा रहा। इत्थों पता लगता कि की हालात बन गए ने। 2 दिन पहले ही हजे 5 वड्डे शहरों के विच उत्थे करफ्यू लगाया गया। तो जिहड़ा पिछला सैशन सी वो तो तुहानूं पता ही है। तो यूरोपीयन यूनीयन की पार्लीमेंट के विच मता आ गया सी, इस तो बाद UK की पार्लीमेंट के विच इसे तरह का मता लैके आंदा। ये सारा जो दुनिया भर दे जिन्नियां एजेंसीज ने संस्थावां ने जे वो ये गल कर रहे हैं केवल तो केवल भारत सरकार नूं या मणिपुर की सरकार नूं लग रहा। और तुहानूं जान के होर भी हैरानी होगी कि N बिरेन सिंह जिहड़े उत्थों दे फेल होए मुख मंत्री ने, जिन्हां दी नलायकी बार बार सामने आउंदी आ। जदों 4 मई का वीडियो भी आया सी उदों कहंदे सी कहंदे इहो ਜਿਹੇ ਤਾਂ कई 100 वीडियोज़ ने, फिर की हो गया कहंदे। तो की उन्होंने कदे उस पर कार्रवाई की। और एडिटर्स गिल्ड नूं भी धमकी दे रहे आ, कहंदे ये एंटी नैशनल आ। और बल्कि एडिटर्स गिल्ड ने यह गल सुप्रीम कोर्ट दे विच भी कही। इस तरह के हालात उत्थे पैदा हो गए ने। तो मैनूं तो लगदा जिहड़ा पार्लीमेंट सैशन हुण फिर बुलाया स्पैशल सैशन, किते फिर मणिपुर की वायलेंस की भेट ना चढ़ जाए।
क्योंकि सरकार ने हजे तक अपना एजेंडा क्लीयर नहीं किया, जबकि ਜਿਹੜੀਆਂ अपोजिशन पार्टीज़ ने, विरोधी पार्टियां ने, वो बार बार ये कह रही ने कि केवल तो केवल लोगों के मुद्दे चुको, अपने उत्थे गाने ना गाउन लग जाओ। बल्कि मल्लिका अर्जुन खड़गे ने तो यह भी कहता, कहते असी कोई उत्थे मोदी चालीसा सुन नहीं जा रहे, असी अपनी गल करांगे। तुसी देख रहे सी कनैक्ट शीशा, मैं मनप्रीत रंधावा।